ਸੁਣ ਲਓ ਵੀ ਸਾਨੂੰ ਨਾਲ। ਹਾਂਜੀ ਜਮੀਲ, ਤੂੰ ਵੀ ਧਿਆਨ ਨਾਲ ਸੁਣ ਲੈ। ਤੇ ਬੇਸਿਕਲੀ ਆਪਾਂ ਇਹਨੂੰ ਕਈ ਦਫਾ ਪੁੱਛ ਚੁੱਕੇ ਆ, ਟਰੰਕ ਪੋਰਟ ਕੀ ਹੁੰਦੀ ਹੈ, ਐਕਸੈਸ ਕੀ ਹੁੰਦੀ ਹੈ, ਤੇ ਹਾਈਬ੍ਰਿਡ ਕੀ ਹੁੰਦੀ ਹੈ। ਇਹਦੇ ਬਾਰੇ 'ਚ ਗੱਲ ਕਰਨ ਲੱਗੇ ਆ ਹੁਣ। ਬੇਸਿਕਲੀ ਪੋਰਟ ਦੋ ਹੀ ਤਰ੍ਹਾਂ ਦੀ ਹੁੰਦੀ ਆ, ਟਰੰਕ ਤੇ ਐਕਸੈਸ, ਠੀਕ ਹੈ। ਹਾਈਬ੍ਰਿਡ ਜਿਹੜੀ ਹੈ ਉਹਨਾਂ ਦੇ ਮਿਕਸਚਰ ਦਾ ਨਾਮ ਆ, ਠੀਕ ਹੈ। ਅੱਛਾ, ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਐਕਸੈਸ ਪੋਰਟ ਦੀ। ਐਕਸੈਸ ਪੋਰਟ ਕੀ ਹੁੰਦੀ ਆ? ਹੁਣ ਸਾਡੀਆਂ ਇਹਦੇ ਵਿੱਚੋਂ ਨਾ ਮਤਲਬ ਹੈ ਇੱਕ ਪੋਰਟ ਕਨੈਕਟ ਆ, ਬਾਕੀ ਦੀਆਂ 3 ਵਿਹਲੀਆਂ। ਇਹਦੇ ਉੱਤੇ ਅਸੀਂ ਜੋ ਮਰਜ਼ੀ ਕੋਈ ਵੀ ਕੰਮ ਕਰ ਸਕਦੇ ਹਾਂ ਤਾਂ ਕਿ ਅਸੀਂ ਟੈਸਟਿੰਗ ਜਾਂ ਚੈੱਕ ਕਰਨ ਵਾਸਤੇ ਨਾ ਕਿ ਕੀ ਹੁੰਦਾ ਪਿਆ ਹੈ। ਅੱਛਾ, 4 ਨੰਬਰ ਪੋਰਟ ਨੂੰ ਫੜ ਲੈਂਦੇ ਫਰਜ਼ ਕਰੋ। 4 ਨੰਬਰ ਪੋਰਟ ਦਾ ਇਸ ਟਾਈਮ ਮੋਡ ਹਾਈਬ੍ਰਿਡ ਹੈ। ਇਹ ਬਾਈ ਡਿਫਾਲਟ ਹੁੰਦਾ OLT ਦੇ ਵਿੱਚ, ਹਮੇਸ਼ਾ ਇਹੀ ਤੁਹਾਨੂੰ ਨਜ਼ਰ ਆਏਗਾ। ਜਦੋਂ ਵੀ OLT ਰੀਸੈਟ ਮਾਰੋ, ਜੋ ਨਵੀਂ ਖੋਲੋ, ਸਾਰੀਆਂ ਪੋਰਟਾਂ ਹਾਈਬ੍ਰਿਡ ਹੋਈਆਂ ਹੁੰਦੀਆਂ ਤੇ VLAN 1 ਜਿਹੜੀ ਹੈ ਉਹ ਡਿਫਾਲਟ ਹੁੰਦੀ ਹੈ। ਅੱਛਾ, ਹੁਣ ਐਕਸੈਸ ਦੀ ਅਸੀਂ ਗੱਲ ਕਰਨ ਲੱਗੇ ਸੀ। ਤੇ ਐਕਸੈਸ ਬੇਸਿਕਲੀ ਉਸ ਸ਼ੈ ਦਾ ਨਾਂ ਹੈ ਜਿਹੜੀ ਚੀਜ਼ ਤੁਸੀਂ ਕੋਈ ਵੀ ਜਿਹੜੀ ਪੋਰਟ ਕੰਪਿਊਟਰ ਦੇ ਨਾਲ ਅਟੈਚ ਕਰਕੇ ਤੇ ਆਪਸ 'ਚ ਦੋਨਾਂ ਨੂੰ ਕਨੈਕਟ ਕਰ ਸਕੋ, ਉਹਨੂੰ ਐਕਸੈਸ ਕਹਿੰਦੇ ਆ। ਐਕਸੈਸ ਪੋਰਟ ਉਸ ਪੋਰਟ ਦਾ ਨਾਂ ਹੈ ਜਿਹਦੇ ਨਾਲ ਕੰਪਿਊਟਰ ਲਾ ਕੇ ਆਪਸ 'ਚ ਕਮਿਊਨੀਕੇਸ਼ਨ ਹੋ ਸਕੇ। ਠੀਕ ਹੋ ਗਿਆ। ਅੱਛਾ, ਹੁਣ ਐਕਸੈਸ ਦੇ ਵਿੱਚ 40-96 VLAN ਹੁੰਦੀਆਂ। ਜਿਹੜੀ VLAN ਤੇ ਤੁਸੀਂ ਜਾਓਗੇ ਉਸ VLAN ਤੇ ਉਹ ਐਕਸੈਸ ਹੋ ਜਾਏਗੀ। ਮਸਲਨ ਤੁਸੀਂ ਚਾਹ ਰਹੇ ਹੋ ਤੁਹਾਡੇ ਪਿੱਛੇ ਨੈਟਵਰਕ ਮੌਜੂਦ ਆ, ਜਿੱਦਾਂ ਸਾਡੇ ਕੋਲ XG1 ਆ, ਇਹਦੇ ਉੱਤੇ ਆ ਬਹੁਤ ਸਾਰੀਆਂ VLAN ਪਾਈਆਂ ਹੋਈਆਂ ਨੇ, 3 ਵੀ ਆ, 12 ਵੀ ਆ, 51 52 ਬਹੁਤ ਸਾਰੀਆਂ। ਇਹ ਟਰੰਕ ਮੋਡ ਦੇ ਵਿੱਚ ਆ। ਇਹ ਸਾਰੀਆਂ VLAN ਦੀ ਟ੍ਰੈਫਿਕ ਟੈਗ ਆ ਰਹੀ ਆ। ਇੰਨੀਆਂ VLAN ਦੇ ਵਿੱਚੋਂ ਕੋਈ ਇੱਕ VLAN ਜਿਹੜੀ ਆ ਉਹਦੇ ਉੱਤੇ ਅਸੀਂ ਅਪਰੋਚ ਕਰਨਾ ਹੈ, ਉਹਨੂੰ ਕਨੈਕਟ ਕਰਨਾ ਹੈ, ਉਹਦੇ ਤੇ ਜਾਣਾ ਹੈ। ਤੇ ਅਸੀਂ ਜਿਹੜੀ ਪੋਰਟ ਨੂੰ ਲੈ ਕੇ ਜਾਣਾ ਹੈ ਉਸ VLAN ਤੇ ਉਹਨੂੰ ਐਕਸੈਸ ਕਰ ਦਾਂਗੇ। ਮਸਲਨ G4 ਦੀ ਗੱਲ ਹੋ ਰਹੀ ਸੀ। G4 ਨੂੰ ਅਸੀਂ ਅਗਰ ਐਕਸੈਸ ਮੋਡ ਦੇ ਵਿੱਚ ਲੈ ਆਈਏ ਤੇ ਇਹਦਾ ਮੋਡ ਚੇਂਜ ਹੋ ਗਿਆ, ਮਗਰ VLAN ਹਲੇ ਵੀ 1 ਹੀ ਹੈ। 1 VLAN ਬਾਈ ਡਿਫਾਲਟ ਹੁੰਦੀ OLT ਦੇ ਅੰਦਰ। ਹੁਣ ਉਹਨਾਂ VLAN ਦੇ ਵਿੱਚੋਂ ਜਿਹੜੀ ਪਹਿਲੀ ਫਾਈਬਰ ਵਾਲੀ ਪੋਰਟ ਦੇ ਉੱਤੇ VLAN ਮੌਜੂਦ ਸੀ, ਉਹਨਾਂ ਚੋਂ ਕਿਸੇ ਵੀ VLAN ਤੇ ਅਸੀਂ ਜਾਣਾ ਹੈ ਤੇ ਉਹਦਾ ਨੰਬਰ ਬਸ ਲਿਖ ਦੇਣਾ। ਇੱਥੇ ਡਿਫਾਲਟ VLAN ਦੇ ਸਾਹਮਣੇ ਸੈਟਿੰਗ ਦਾ ਬਟਨ ਦਬਾ ਕੇ VLAN ਦਾ ਨੰਬਰ ਦੇਖ ਲੈਣਾ। ਮਸਲਨ ਅਸੀਂ ਇੱਥੇ 3011 ਸਾਡੀ VLAN ਹੈਗੀ ਹੈ ਮਾਈਕਰੋਟਿਕ ਦੀ। ਮਾਈਕਰੋਟਿਕ ਦੇ ਵਿੱਚ ਵੀ ਕਈ ਤਰ੍ਹਾਂ ਦੇ ਕੰਮ ਹੋ ਜਾਂਦੇ ਆ। ਹੁਣ 3011 ਅਸੀਂ PPO ਵਾਸਤੇ ਯੂਜ਼ ਕਰੀ ਦੀ ਆ। ਮਸਲਨ ਇਹ ਤੋਂ ਅਸੀਂ ਕਸਟਮਰ ਨੂੰ ਇੰਟਰਨੈਟ ਦੇ ਸਕਦੇ ਹਾਂ 3011 ਤੋਂ। ਹਾਂ, ਇੱਕ ਹੋਰ ਚੀਜ਼ ਆ, ਅਸੀਂ ਇਹਨੂੰ VLAN ਨੂੰ 12 ਕਰ ਦਈਏ, ਫਿਰ ਇਹ ਉਸ VLAN ਤੇ ਚਲੀ ਗਈ ਹੈ ਜਿਹਦੇ ਉੱਤੇ ਸਾਰੀਆਂ ਡਿਵਾਈਸਾਂ ਜਿੰਨੀਆਂ ਸਾਡੇ ਨੈਟਵਰਕ 'ਚ ਮੌਜੂਦ ਆ ਸਾਰੀਆਂ ਕਨੈਕਟ ਹੋ ਸਕਦੀਆਂ। VLAN 12 ਐਸ OLT ਵੀ ਦਿੱਤਾ ਹੈ, GPON ਦੀ OLT ਵੀ ਦਿੱਤਾ ਹੈ, ਦੂਜੀਆਂ ਬਾਕੀ ਦੀਆਂ OLT ਵੀ ਦਿੱਤਾ ਹੈ। ਤੇ ਉਹਨਾਂ ਸਾਰੀਆਂ ਨੂੰ ਇੱਕ IP ਲੱਗਾ ਹੋਇਆ ਹੈ। ਇਸੇ ਤਰ੍ਹਾਂ GPON ਦੀ OLT ਵੀ ਇੱਕ IP ਲੱਗਾ, ਮਾਈਕਰੋਟਿਕ ਨੂੰ ਵੀ ਇੱਕ IP ਲੱਗਾ, ਸੁੱਚ ਸਿਸਕੋ ਦਾ ਦੋਨੋਂ ਉਹਨਾਂ ਨੂੰ ਵੀ IP ਲੱਗੇ ਹੋਏ ਨੇ। ਉਹ ਸਾਰੇ ਦੇ ਸਾਰੇ IP VLAN 12 ਤੇ ਐਗਜ਼ਿਸਟ ਕਰਦੇ ਨੇ। ਮਸਲਨ ਅਗਰ ਕਿਸੇ ਪੋਰਟ ਤੇ ਅਸੀਂ VLAN 12 ਲੈ ਲਈ, VLAN 12 ਅਸੀਂ ਦਿੱਤਾ ਹੈ, ਅਸੀਂ ਮਤਲਬ ਉਹ ਜ਼ਾਹਰ ਆ ਸਾਡੀਆਂ ਡਿਵਾਈਸਾਂ ਤੇ ਅਸੀਂ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਦਿੱਤਾ ਨਾ। ਦੂਜੇ ਬੰਦੇ ਨੇ ਅਗਰ ਚੰਦ ਇੱਕ ਡਿਵਾਈਸਾਂ ਲਾਈਆਂ ਨੇ, 4 ਫਰਜ਼ ਕਰੋ ਉਹਨੇ ਸਾਡੇ ਕੋਲ 3 OLTੀਆਂ ਲਈਆਂ, ਉਹ ਤਿੰਨੋਂ ਆਪਸ ਦੇ ਵਿੱਚ ਕਨੈਕਟ ਨੇ ਕਿਸੇ ਵੀ ਸੂਰਤ 'ਚ, ਫਾਈਬਰ ਤੇ ਜਾ ਰਹੀਆਂ। ਉਹ ਤਿੰਨੋਂ OLTੀਆਂ ਅਗਰ ਆਪਸ 'ਚ ਕਨੈਕਟ ਨੇ ਤੇ ਉਹ ਆਪਣੀ ਮਰਜ਼ੀ ਨਾਲ VLAN 12 ਬਣਾ ਸਕਦਾ ਹੈ। 12 ਜ਼ਰੂਰੀ ਨਹੀਂ ਹੈ 40-96 ਬਣਾ ਲਵੇ, 2 3 4 5 ਕੋਈ ਬਣਾ ਲਵੇ ਜਿਹੜੀ ਕਿਸੇ ਹੋਰ ਦੇ ਨਾਲ ਕਨਫਲਿਕਟ ਨਾ ਕਰ ਰਹੀ ਹੋਵੇ। ਹੁਣ ਮੈਂ VLAN 12 ਬਣਾਈ ਆ, ਮਸਲ ਉਹ ਆਪਣੀ ਮਰਜ਼ੀ ਨਾਲ ਬਣਾ ਲਵੇ, ਮਗਰ ਉਸੇ VLAN ਤੇ ਸਾਰਿਆਂ ਨੂੰ IP ਦੇਣੇ ਨੇ। ਅੱਛਾ, ਇਹ ਹੁਣ VLAN 12 ਤੇ ਕਰਤੀ। ਇਹਦਾ ਮਤਲਬ ਇਹ ਆ ਕਿ ਇਹਦੇ ਨਾਲ ਹੁਣ ਤੁਸੀਂ ਇਸ G4 ਦੇ ਨਾਲ ਕੰਪਿਊਟਰ ਲਾਓ, ਉੱਤੇ IP ਦਿਓ ਤੇ ਸਾਰੀਆਂ OLTੀਆਂ ਖੁੱਲ ਜਾਣਗੀਆਂ। ਅੱਛਾ, ਜੇ ਅਸੀਂ 30 ਕਿੰਨੀ ਕੀਤੀ ਸੀ 3011, ਹੁਣ 3011 12 13 14 15 ਇਹ 5 VLAN ਐਸੀਆਂ ਨੇ ਜਿਹੜੀਆਂ ਸਿੱਧੀਆਂ ਮਾਈਕਰੋਟਿਕ ਤੋਂ ਇੰਟਰਨੈਟ ਦਿੱਤੀਆਂ। ਹੁਣ G4 ਹੋ ਗਈ ਆ 3011 ਤੇ। ਇਹਦਾ ਮਤਲਬ ਇਹ ਆ ਕਿ ਅਗਰ G4 ਦੇ ਨਾਲ ਕੋਈ ਵੀ ਰਾਊਟਰ ਲੱਗੇ, ਉਹਦੇ ਉੱਤੇ ਯੂਜ਼ਰ ਪਾਸਵਰਡ ਲਾਈਏ, ਉਹ ਡਾਇਲ ਹੋ ਸਕਦਾ ਹੈ। ਅਗਰ ਨਹੀਂ ਹੋ ਰਿਹਾ ਫਿਰ ਪਿਛਲੀ ਕਮਿਊਨੀਕੇਸ਼ਨ ਚੈੱਕ ਕਰਨੀ ਆ, ਇਹਨੂੰ ਨਹੀਂ ਛੇੜਨਾ। ਨਹੀਂ ਹਜੇ ਸਿਰ ਤੁਸੀਂ ਇਹ ਦੱਸੋ ਜਿੱਦਾਂ ਉੱਪਰ ਐਕਸੈਸ ਕਰਤੀ ਹੈ, ਹਾਂਜੀ,
ਇਹਦਾ ਫੰਕਸ਼ਨ ਕੀ ਹੈ ਜੇ ਟਰੰਕ ਐਕਸੈਸ ਦਾ ਸਿੰਪਲ ਮਤਲਬ ਇਹ ਆ ਕਿ ਕਿਸੇ ਵੀ ਕੰਪਿਊਟਰ ਦੇ ਨਾਲ ਇਸ ਪੋਰਟ ਨੂੰ ਅਗਰ ਲਗਾਇਆ ਜਾਵੇ ਤੇ ਕਮਿਊਨੀਕੇਸ਼ਨ ਤੁਹਾਡੀ ਡਾਇਰੈਕਟ ਕਰ ਦਿੰਦਾ ਹੈ, ਉਸ ਪੋਰਟ ਦੇ ਨਾਲ ਅਲਾਉ ਕਰ ਦਿੰਦਾ ਹੈ ਸਾਰਾ। ਹਾਈਬ੍ਰਿਡ ਉਹਨਾਂ ਰੱਖੀ ਹੈ, ਉਹ ਕਾਹਤੋਂ ਰੱਖੀ ਹੈ? ਹਾਈਬ੍ਰਿਡ ਦੋਨਾਂ ਦਾ ਮਿਕਸਚਰ ਹੈ ਟਰੰਕ ਦਾ। ਤੇ ਪਹਿਲੇ ਟਰੰਕ ਸਮਝ ਲਈਏ ਨਾ, ਪਹਿਲੇ ਟਰੰਕ ਸਮਝ ਲਈਏ। ਹੁਣ ਟਰੰਕ ਪੋਰਟ ਕੀ ਹੈ? ਮਸਲਨ ਐਸ ਪੋਰਟ ਇਹਦੇ ਉੱਤੇ ਵੀਲੈਨਾਂ ਆ ਰਹੀਆਂ ਨੇ ਕਾਫੀ ਸਾਰੀਆਂ, ਠੀਕ ਹੈ। ਸਾਨੂੰ ਇਹਦੇ ਵਿੱਚੋਂ ਸਿਰਫ 3 ਚਾਹੀਦੀਆਂ ਨੇ ਜਿਹੜੀਆਂ ਅਸੀਂ G4 ਤੇ ਲਾਉਣੀਆਂ ਨੇ, ਤੇ ਉਹ G4 ਜਿਹੜੀ ਹੈ ਉਹ ਕਿਸੇ ਹੋਰ OLT ਨਾਲ ਕਨੈਕਟ ਕਰਨੀ ਤਾਂ ਕਿ ਉਹ 3 ਨੈਟਵਰਕ ਜਿਹੜੇ ਆ ਅਗਲੀ OLT ਤੇ ਚੱਲ ਜਾਣ। ਸਹੀ ਹੈ। ਉਹਦੇ ਵਾਸਤੇ ਸਿੰਪਲ ਅਸੀਂ ਇਹ ਕਰਨਾ ਕਿ G4 ਤੇ ਜਾਣਾ, ਜਿਹੜੀ ਵੀ ਪੋਰਟ ਨੂੰ ਕਰਨਾ ਹੈ ਉਹਨੂੰ ਉਹਦਾ ਮੋਡ ਸਭ ਤੋਂ ਪਹਿਲੇ ਚੇਂਜ ਕਰਨਾ ਹੈ, ਟਰੰਕ ਕਰ ਦੇਣਾ। ਟਰੰਕ ਕਰ ਦੇਣਾ ਹੈ। ਡਿਫਾਲਟ ਵੀਲੈਨ ਨੂੰ ਨਹੀਂ ਛੇੜਨਾ, ਜ਼ਰੂਰਤ ਹੀ ਨਹੀਂ ਹੈ। ਛੇੜਨਾ ਹੋਵੇ ਤਾਂ ਉਹ ਮਤਲਬ ਐਡਵਾਂਸ ਹੋ ਸਕਦੀ ਇਹਦੇ ਵਿੱਚ ਵੀ। ਅੱਛਾ, ਹੁਣ ਜਦੋਂ ਵੀ ਤੁਸੀਂ ਵੀਲੈਨਾਂ ਪਾਉਣੀਆਂ ਨੇ ਟਰੰਕ ਮੋਡ ਤੇ, ਕੋਈ ਕਹਿੰਦਾ ਹੈ ਕਿ ਮੈਂ ਟਰੰਕ ਮੋਡ ਤੇ ਮੇਰੀ ਵੀਲੈਨ ਆ ਰਹੀ ਹੈ, ਇਹਦਾ ਮਤਲਬ ਟੈਗ ਟ੍ਰੈਫਿਕ ਆ ਰਹੀ, ਤੁਸੀਂ ਵੀ ਹਮੇਸ਼ਾ ਟੈਗ 'ਚ ਹੀ ਪਾਉਣੀ ਹੈ। ਐਡ ਵੀਲੈਨ ਕਰੋਗੇ, ਇਹ ਦੇਖੋ ਅਨਟੈਗ ਦਾ ਬਟਨ ਹੀ ਬੰਦ ਹੈ। ਤੁਸੀਂ ਉਸ ਜਿਹੜੀਆਂ G4 ਚੋਂ ਲੈਣੀਆਂ ਨਾ, ਫਰਜ਼ ਕਰੋ ਵੀਲੈਨਾਂ, ਤੁਸੀਂ ਇੱਕ ਲਈ 3 ਇੱਕ ਕੌਮਾ ਪਾਇਆ, ਇੱਕ ਲਈ 12 ਕੌਮਾ ਪਾਇਆ, ਇੱਕ ਲਈ 30 11, ਇਹ 3 ਵੀਲੈਨਾਂ ਸਾਨੂੰ ਚਾਹੀਦੀਆਂ ਸੀ। ਅਸੀਂ 3 ਲਿਖ ਕੇ ਕੌਮੇ ਪਾ ਕੇ ਦਰਮਿਆਨ 'ਚ ਹਰ ਵੀਲੈਨ ਤੋਂ ਬਾਅਦ ਕੌਮਾ ਪਾਉਣਾ ਹੈ। ਅੱਛਾ, ਇਹ ਜਦੋਂ 3 ਵੀਲੈਨਾਂ ਪਾ ਕੇ ਅਪਲਾਈ ਦਾ ਬਟਨ ਦਬਾਓਗੇ, ਇਹ ਤਿੰਨਾਂ ਦੀ ਟ੍ਰੈਫਿਕ ਜਿਹੜੀ ਆ ਇਸ ਪੋਰਟ ਤੇ ਅਵੇਲੇਬਲ ਹੋ ਜਾਏਗੀ G4 ਤੇ। ਹੁਣ ਇਸ ਪੋਰਟ ਨੂੰ ਕਿਸੇ ਵੀ OLT ਨਾਲ ਕਨੈਕਟ ਕਰੋ, ਉਹਦੇ ਉੱਤੇ ਵੀ ਇਹੀ ਵੀਲੈਨਾਂ ਪਾਓ, ਉੱਤੇ ਵੀ ਸ਼ੁਰੂ ਹੋ ਜਾਏਗਾ ਕੰਮ। ਉਹਦੀ ਪੌਨ ਪੋਰਟ ਤੇ ਜਿਹੜੀ ਮਰਜ਼ੀ ਐਕਸੈਸ ਕਰਾ ਦਿਓ, 30 11 ਨੂੰ ਐਕਸੈਸ ਕਰਾ ਦਿਓ, ਉੱਤੇ ਨੈਟ ਚੱਲਣਾ ਸ਼ੁਰੂ ਹੋ ਜਾਏਗਾ। ਅੱਛਾ, ਹੁਣ ਟਰੰਕ ਪੋਰਟ ਦੇ ਵਿੱਚ ਕੋਈ ਕਮੀ ਪੇਸ਼ੀ, ਕੋਈ ਗੱਲ ਐਸੀ ਜੋ ਸਮਝ ਨਾ ਆਉਂਦੀ ਹੋਵੇ? ਅੱਛਾ, ਹਾਈਬ੍ਰਿਡ ਕੀ ਹੁੰਦੀ ਹੈ? ਹੁਣ ਐਸੇ ਚੀਜ਼ ਨੂੰ ਅਸੀਂ ਹਾਈਬ੍ਰਿਡ 'ਚ ਦੇਖਦੇ ਹਾਂ। ਹਾਈਬ੍ਰਿਡ ਦੇ ਵਿੱਚ ਇਹ ਦੋਨਾਂ ਦਾ ਮਿਕਸਚਰ ਹੁੰਦਾ ਹੈ। ਅਸੀਂ ਸਭ ਤੋਂ ਪਹਿਲੇ ਪੋਰਟ ਨੂੰ ਟਾਈਪ ਨੂੰ ਚੇਂਜ ਕਰਕੇ ਹਾਈਬ੍ਰਿਡ ਕਰ ਲਿਆ। ਇਹਦੇ ਵਿੱਚ ਡਿਫਾਲਟ ਵੀਲੈਨ ਚੇਂਜ ਕੀਤੀ ਜਾ ਸਕਦੀ, ਮਗਰ ਹਮੇਸ਼ਾ ਇੱਕ ਹੀ ਰਹਿਣੀ ਹੈ। ਕੋਈ ਇੱਕ ਪਾ ਲਓ, ਮਤਲਬ ਵੀਲੈਨ 1 ਡਿਫਾਲਟ ਹੈ, ਚਲੋ ਇਹਨੂੰ ਰਹਿਣ ਦਿਓ, ਇਹਨੂੰ ਅਸੀਂ ਡਿਫਾਲਟ ਨੂੰ ਛੇੜਦੇ ਹੀ ਨਹੀਂ। ਜਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰੇ ONU ਜਿਹੜੇ ਉਹ ਸਾਨੂੰ ਨਜ਼ਰ ਆਉਂਦੇ ਰਹਿਣ ਕਿਸੇ ਇੱਕ ਵੀਲੈਨ ਤੇ, ਉਹਦੇ ਵਾਸਤੇ ਅਸੀਂ ਡਿਫਾਲਟ ਵੀਲੈਨ ਕੋਈ ਨਵੀਂ ਬਣਾ ਲੈਂਦੇ ਹਾਂ 11 ਜਾਂ ਜੋ ਵੀ, ਉਹ ਤੋਂ ਪਹਿਲੇ ਕ੍ਰੀਏਟ ਕਰਾਂਗੇ ਨਾ ਵੀਲੈਨ ਦੇ ਵਿੱਚ ਜਾ ਕੇ। ਇਹ 11 ਨੰਬਰ ਵੀਲੈਨ ਦੇ ਅਗਰ ID ਅਸੀਂ ONU ਦੇ ਵਿੱਚ ਪਾ ਦਾਂਗੇ, ਸਾਰੇ ONU ਇੱਥੇ ਖੁੱਲ ਸਕਣਗੇ, ਕਿਸੇ ਵੀ ਪੋਰਟ ਤੇ 11 ਲੈ ਲਾਂਗੇ ਐਕਸੈਸ ਤੇ। ਅੱਛਾ, ਇਹਨੂੰ ਫਿਲਹਾਲ ਅਗਰ ਨਹੀਂ ਛੇੜੀਏ। ਹੁਣ ਐਡ ਵੀਲੈਨ ਦੇ ਵਿੱਚ 2 ਤਰ੍ਹਾਂ ਦੀਆਂ ਵੀਲੈਨਾਂ, ਟਰੰਕ ਦੇ ਵਿੱਚ ਸਿਰਫ ਟੈਗ ਟ੍ਰੈਫਿਕ ਹੁੰਦੀ ਹੈ, ਇਹਦੇ ਵਿੱਚ ਅਨਟੈਗ ਵੀ ਹੁੰਦੀ ਹੈ, ਟੈਗ ਵੀ ਹੁੰਦੀ ਹੈ ਹਾਈਬ੍ਰਿਡ ਦੇ ਵਿੱਚ। ਇਹ ਦੋਨਾਂ ਦਾ ਮੈਂ ਇਸ ਲਈ ਕਹਿ ਰਿਹਾ, ਦੋਨਾਂ ਦਾ ਮਿਕਸਚਰ ਹੈ। ਟੈਗ ਦੇ ਵਿੱਚ ਮਸਲਨ ਇਹ 3 ਵੀਲੈਨਾਂ ਜਿਹੜੀਆਂ ਨੇ, ਇਹਨਾਂ ਨੂੰ ਅਸੀਂ ਟੈਗ ਕਰ ਲਿਆ, ਇਹ ਹਮੇਸ਼ਾ ਟੈਗ ਟ੍ਰੈਫਿਕ ਹੀ ਦੇਣਗੀਆਂ। ਜਦੋਂ ਤੁਸੀਂ ਇਸ ਪੋਰਟ ਨੂੰ ਕਿਸੇ ਨਾਲ ਕਨੈਕਟ ਕਰੋਗੇ ਨਾ, ਤੇ ਅੱਗੇ ਵੀਲੈਨ ਪਾਓਗੇ ਤੇ ਅੱਗੇ ਚੱਲੇਗਾ, ਠੀਕ ਹੈ। ਅਨਟੈਗ ਟ੍ਰੈਫਿਕ ਉਹ ਹੁੰਦੀ ਹੈ ਜਿਹੜੀ ਬਗੈਰ ਟੈਗ ਤੋਂ ਕਨੈਕਟ ਕੀਤੀ ਜਾ ਸਕਦੀ। ਮਸਲਨ ਅਨਟੈਗ ਵੀਲੈਨਾਂ ਦੇ ਵਿੱਚ ਅਸੀਂ ਪਾ ਲੈਂਦੇ 51 ਤੇ 52, 51 52 ਤੇ 30 13, ਠੀਕ ਹੋ ਗਿਆ। ਇਹਨੂੰ ਇੱਥੋਂ ਕਰਤਾ ਅਨਟੈਗ। 3 ਵੀਲੈਨਾਂ ਸਾਡੀਆਂ ਟੈਗ ਦੇ ਵਿੱਚ ਆ ਗਈਆਂ, 3 ਅਨਟੈਗ 'ਚ ਆ ਗਈਆਂ। ਆਹ 3 ਜਿਹੜੀਆਂ ਨੇ ਇਹ ਹਮੇਸ਼ਾ ਉਦੋਂ ਚੱਲਣਗੀਆਂ ONU ਦੇ ਉੱਤੇ ਜਦੋਂ ਅਗਰ ਤੁਸੀਂ ਇਸੇ ਤਰ੍ਹਾਂ ਪੌਨ ਕਿਸੇ ਪੋਰਟ ਨੂੰ ਇਹਨੂੰ ਕਰਦੇ ਹੋ ਨਾ, ਜਿੱਦਾਂ G4 ਨੂੰ ਕੀਤਾ। ਅਗਰ ਕਿਸੇ ਪੌਨ ਪੋਰਟ ਨੂੰ ਇਸ ਤਰੀਕੇ ਨਾਲ ਕਰਦੇ ਹੋ ਨਾ ਕਨਫਿਗਰ, ਉਹਦੇ ਨਾਲ ਇਹ ਹੋਏਗਾ ਕਿ ਜਦੋਂ ਤੁਹਾਡਾ ONU ਲੱਗੇਗਾ, ਅਨਟੈਗ ਵੀਲੈਨਾਂ 'ਚੋਂ ਜਿਹੜੀ ਮਰਜ਼ੀ ਵੀਲੈਨ ਉਹਦੀ ਟ੍ਰੈਫਿਕ ਆ ਰਹੀ ਹੋਣੀ ਹੈ, ਮੁਸਲਸਲ ਆ ਰਹੀ ਹੈ, ਉਹਦੇ ਕੋਈ ਰੁਕਾਵਟ ਨਹੀਂ ਹੈ, ਉਹਦੀ ਕੋਈ ਰੁਕਾਵਟ ਨਹੀਂ ਹੈ। ਤੇ ਜਦੋਂ ਤੁਸੀਂ ਇਹ ਲੈਣੀ ਹੈ, ਇਹਦੇ ਵਾਸਤੇ ਤੁਹਾਨੂੰ ONU ਦੇ ਅੰਦਰ ਵੀਲੈਨ ਪਾਉਣੀ ਪੈਣੀ ਹੈ। ਸਿੰਪਲ ਹੈ ਮਕਸਦ, ਉਹਦੇ ਲਈ ਪਾਉਣੀ ਨਹੀਂ ਪੈਣੀ, ਉਹ ਆਟੋਮੈਟਿਕਲੀ ਉਸ ਵੀਲੈਨ ਦੀ ਟ੍ਰੈਫਿਕ ਨੂੰ ਐਕਸੈਸ ਕਰ ਸਕਦਾ ਹੈ। ਕਨੈਕਟ ਨਹੀਂ ਹੋ ਜਾਏਗਾ, ਕਨੈਕਟ ਤੇ ਯੂਜ਼ਰ ਪਾਸਵਰਡ ਵਗੈਰਾ ਦੇ ਕੇ ਇਹ ਉਹ ਇਦਾਂ ਦੀਆਂ ਮਤਲਬ ਬਾਕੀ ਦੇ ਚੀਜ਼ਾਂ ਦੇ ਕੇ ਕਨੈਕਟ ਹੋਏਗਾ ਨਾ, ਮਗਰ ਟ੍ਰੈਫਿਕ ਅਵੇਲੇਬਲ ਹੈ ਉਹਦੀ। ਅਨਟੈਗ ਦਾ ਆ ਮਕਸਦ ਆ, ਟੈਗ ਦਾ ਆ ਮਕਸਦ ਆ। ਟੈਗ ਹਮੇਸ਼ਾ ਉਦੋਂ ਕਨੈਕਟ ਹੋਣੀ ਹੈ ਜਦੋਂ ਤੁਸੀਂ ONU ਦੇ ਅੰਦਰ ਵੀਲੈਨ ਪਾਓਗੇ। ਅਨਟੈਗ ਜਦੋਂ ਮਰਜ਼ੀ ਕਰ ਲਓ, ਨਾ ਵੀਲੈਨ ਪਾਓ।
ट्रंक पे तो होती ही टैग है। ट्रंक पोर्ट जिहड़ी है वो हमेशा टैग ट्रैफिक ते ही काम करदी है, ਜਾਂ ਉਹਦੀ ਇੱਕ ਡਿਫਾਲਟ ਵੀ ਲਾਈਨ ਹੁੰਦੀ ਹੈ ਜਾਂ ਬਾਕੀ ਦੀਆਂ ਟੈਗ ਹੁੰਦੀਆਂ ਨੇ। ਠੀਕ ਹੈ, ਹੋਰ ਕੋਈ ਪੁੱਛਣ ਵਾਲੀ ਗੱਲ ਜਾਂ ਨਾ ਸਮਝ ਆਉਂਦੀ ਹੋਵੇ ਮਜ਼ੀਦ ਤਫਸੀਲ ਨਾਲ ਫੇਰ ਤੇ ਗੱਲ ਕਰ ਲਾਂਗੇ ਜਦੋਂ ਥੋੜਾ ਜਿਹਾ ਤੇ ਸਮਝ ਆ ਗਈ। ਮੈਂ ਤੈਨੂੰ ਪੁੱਛਾਂਗਾ।